प्यारे विद्यार्थियों हूँ ਤੁਹਾਡੀ ਕੰਪੀਟੀਟਿਵ एग्जाम्स ਦੀ ਤਿਆਰੀ ਵਾਸਤੇ ਅੱਜ ਦਾ ਮੇਰਾ ਜਿਹੜਾ ਟੌਪਿਕ ਹੈ ਉਹ ਹੈ ਡਾਈਸ ਪਾਸਾ ਲੂਡੋ ਦਾ ਗੀਟਾ। ਦੇਖਿਆ ਨਾ ਤੁਸੀਂ ਲੂਡੋ ਦਾ ਗੀਟਾ ਸਾਰਿਆਂ ਨੇ। ਉਸ ਲੂਡੋ ਦੇ ਗੀਟੇ ਦੇ ਉੱਤੇ ਆਧਾਰਿਤ ਸਵਾਲ ਪੱਕਾ ਪੇਪਰ ਦੇ ਵਿੱਚ ਕੋਈ ਨਾ ਕੋਈ ਇੱਕ ਜਾਂ ਦੋ ਆਉਂਦੇ ਆ ਬੇਟਾ, ਗਰੰਟਿਡਲੀ ਆਉਂਦੇ ਆ। तो किस तरीके ਨਾਲ ਇਹਨਾਂ ਸਵਾਲਾਂ ਨੂੰ ਹੱਲ ਕਰਦੇ हैं बहुत ही सौखे ढंग ਨਾਲ समझाने की कोशिश की जाएगी। पूरी वीडियो ਨੂੰ ਧਿਆਨ ਨਾਲ ਇੱਕ ਵਾਰੀ ਜ਼ਰੂਰ ਦੇਖੋ सुनो ਤਾਂ ਜੋ ਤੁਹਾਨੂੰ डाइस ਨਾਲ रिलेटेड क्वेश्चंस ईजिली ਤੁਹਾਡੇ ਵੱਲੋਂ ਕੀਤੇ ਜਾ ਸਕਣ। ਹੁਣ डाइस ਦੀਆਂ ਪਹਿਲਾਂ ਕਿਸਮਾਂ ਕਰ ਲੈਣੇ ਬੇਟਾ। ਪਾਸਾ ਹੁੰਦਾ ਕਿੰਨੀ ਤਰ੍ਹਾਂ ਦਾ ਹੈ। ਸਭ ਤੋਂ ਪਹਿਲਾ ਪਾਸਾ ਹੈ ਸਾਡੇ ਕੋਲ ਮਾਨਕ ਪਾਸਾ, ਜਿਸ ਨੂੰ ਅਸੀਂ ਸਟੈਂਡਰਡ ਬੇਟਾ ਮਾਨਕ ਪਾਸਾ ਕੀ ਹੁੰਦਾ ਹੈ ਸਟੈਂਡਰਡਾਈਜ਼। ਜੇ ਕਿਸੇ ਪਾਸੇ ਦੇ ਦੋ ਵਿਪਰੀਤ ਹਿੱਸਿਆਂ ਦਾ ਜੋੜ 7 ਹੋਵੇ ਤਾਂ ਉਸ ਨੂੰ ਮਾਨਕ ਪਾਸਾ ਕਹਿੰਦੇ ਹਾਂ। ਇਫ ਇਨ ਅ ਡਾਈਸ ਸਮ ਆਫ ਟੂ ਆਪੋਜ਼ਿਟ ਫੇਸਿਸ 7 then it is called standardized। ਮਤਲਬ ਤੁਹਾਨੂੰ ਇੱਦਾਂ ਦਾ ਇੱਕ ਡਾਈਸ ਬਣਾ ਕੇ ਦਿੰਦੇ ਹੋ ਬੇਟਾ, ਬਣਿਆ ਹੁੰਦਾ ਹੈ। ਹੁਣ ਉਹ ਪੁੱਛਦਾ 1 ਦੇ ਸਾਹਮਣੇ ਕੀ ਹੋਏਗਾ, 5 ਦੇ ਸਾਹਮਣੇ ਕੀ ਹੋਏਗਾ, 3 ਦੇ ਸਾਹਮਣੇ ਕੀ ਹੋਏਗਾ। ਜੇ ਤਾਂ ਉਹਨੇ ਲਿਖਤਾ ਕਿ ਇਨ ਅ ਸਟੈਂਡਰਡ ਡਾਈਸ ਇੱਕ ਮਾਨਕ ਪਾਸੇ ਵਿੱਚ 1 ਦਾ ਆਪੋਜ਼ਿਟ ਦੱਸਿਆ ਜਾਵੇ ਤਾਂ ਗਰੰਟੀ ਹੈ ਬੇਟਾ ਤੁਸੀਂ ਦੇਖਣਾ ਹੈ ਕਿ 1 ਦੇ ਵਿੱਚ ਕੀ ਜੋੜੀਏ ਕਿ 7 ਬਣ ਜਾਵੇ 6। ਤਾਂ 1 ਦਾ ਆਪੋਜ਼ਿਟ 6 ਹੋਏਗਾ, 3 ਦਾ ਆਪੋਜ਼ਿਟ 4 ਹੋਏਗਾ ਕਿਉਂਕਿ 4 ਔਰ 3 7 ਹੁੰਦੇ ਨੇ, 5 ਦਾ ਆਪੋਜ਼ਿਟ 2 ਹੋਏਗਾ, 5 ਤੇ 2 7 ਹੁੰਦੇ ਨੇ। ਤੇ ਮਾਨਕ ਪਾਸੇ ਦਾ ਕੁਐਸਚਨ ਬਸ ਇਹੀ ਆ ਸਕਦਾ ਤੁਹਾਨੂੰ ਕਿ ਯਾਦ ਰੱਖਣਾ ਹੈ ਜੇ ਮਾਨਕ ਪਾਸਾ ਆਏਗਾ ਤੇ ਤੁਹਾਨੂੰ ਹੋਰ ਕੋਈ ਕੰਡੀਸ਼ਨ ਨਹੀਂ ਦਿੱਤੀਆਂ ਜਾਣਗੀਆਂ, ਸਿਰਫ ਇਹੀ ਕਿਹਾ ਜਾਏਗਾ ਕਿ ਇੱਕ ਮਾਨਕ ਪਾਸੇ ਦੇ ਵਿੱਚ ਹੇਠਾਂ ਦਿੱਤੇ ਹੋਏ ਮਾਨਕ ਪਾਸੇ ਦੇ ਵਿੱਚ ਜਾਂ ਮਾਨਕ ਪਾਸਾ ਨਾ ਵੀ ਜ਼ਰੂਰੀ ਨਹੀਂ ਕਿ ਦਊਗਾ, ਸਿੱਧਾ ਇੱਕ ਮਾਨਕ ਪਾਸੇ ਦੇ ਵਿੱਚ 1 ਦੇ ਵਿਪਰੀਤ ਕਿਹੜਾ ਅੰਕ ਆਉਂਦਾ ਹੈ ਤੁਸੀਂ ਦੱਸਣਾ ਹੈ ਕਿ 1 ਦੇ ਵਿਪਰੀਤ 6 ਆਉਂਦਾ ਹੈ, 3 ਦੇ ਵਿਪਰੀਤ 4 ਹੁੰਦਾ ਹੈ, 5 ਦੇ ਵਿਪਰੀਤ 2 ਹੁੰਦਾ ਹੈ ਕਿਉਂਕਿ ਉਹਨਾਂ ਦਾ ਜੋੜ 7 ਹੋਣਾ ਚਾਹੀਦਾ ਹੈ। ਤੇ ਇਹ ਸੀਗਾ ਮਾਨਕ ਪਾਸਾ ਸਟੈਂਡਰਡਾਈਜ਼। ਸਟੈਂਡਰਡਾਈਜ਼ ਦਾ ਕੁਐਸਚਨ ਬਹੁਤ ਘੱਟ ਮਿਲਦਾ ਦੇਖਣ ਦੇ ਵਿੱਚ, ਲੇਕਿਨ ਆ ਵੀ ਸਕਦਾ ਹੈ। ਇਸ ਕਰਕੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਟੈਂਡਰਡਾਈਜ਼ ਦੇ ਵਿੱਚ ਆਪੋਜ਼ਿਟ ਫੇਸ ਦੇ ਨੰਬਰਾਂ ਦਾ ਜੋੜ 7 ਹੋਣਾ ਜ਼ਰੂਰੀ ਹੈ। ਦੂਜੇ ਨੰਬਰ 'ਤੇ ਸਾਡੇ ਕੋਲ ਆਉਂਦਾ ਹੈ ਸਧਾਰਨ ਪਾਸਾ ਜਨਰਲ ਡਾਈਸ। ਸਧਾਰਨ ਪਾਸਾ ਜਿਹੜਾ ਜਨਰਲ ਡਾਈਸ ਹੈ ਬੇਟਾ ਜੀ, ਜੇ ਕਿਸੇ ਪਾਸੇ ਦੇ ਦੋ ਲਾਗਵੇਂ ਹਿੱਸਿਆਂ ਦਾ ਜੋੜ 7 ਹੋਵੇ। ਹੁਣ ਦੇਖੋ ਲਾਗਵੇਂ ਜਿਹੜੇ ਤੁਹਾਨੂੰ ਦਿਖ ਰਹੇ ਆ ਉਹਨਾਂ ਵਿੱਚ ਕਿਸੇ ਇੱਕ ਦਾ ਜੋੜ 7 ਹੈਗਾ, ਦੇਖੋ 4 3 7, ਤੇ ਜੇ ਲਾਗਵੇਂ ਦਾ ਜੋੜ 7 ਹੈ ਤਾਂ ਉਸ ਨੂੰ ਅਸੀਂ ਬੋਲਦੇ ਹਾਂ ਸਧਾਰਨ ਪਾਸਾ। ਇਫ ਇਨ ਅ ਡਾਈਸ ਸਮ ਆਫ 2 ਐਡਜੈਸੈਂਟ ਫੇਸਿਸ 7 then it is called ਜਨਰਲ ਡਾਈਸ। ਹੁਣ ਜਨਰਲ ਡਾਈਸ ਜਿਹੜਾ ਹੁੰਦਾ ਹੈ ਇਹਦੇ 2 ਰੂਲ ਹੁੰਦੇ ਨੇ ਬੇਟਾ। ਇਹਨੂੰ ਇਸ ਜਨਰਲ ਡਾਈਸ ਦੇ ਉੱਤੇ ਆਧਾਰਿਤ ਸਵਾਲਾਂ ਨੂੰ ਹੱਲ ਕਰਨ ਦੇ ਸਾਡੇ ਕੋਲ ਕਿੰਨੇ ਰੂਲ ਹੁੰਦੇ ਨੇ? 2 ਰੂਲ ਹੁੰਦੇ ਨੇ। ਰੂਲ 1 ਦੇਖੋ ਧਿਆਨ ਨਾਲ। ਰੂਲ 1 ਦੇ ਵਿੱਚ ਕੀ ਹੁੰਦਾ ਬੇਟਾ, ਜੇ ਦੋ ਪਾਸਿਆਂ ਵਿੱਚ ਇੱਕ ਅੱਖਰ ਸਾਂਝਾ ਹੋਵੇ ਤਾਂ ਉਹਨੂੰ ਦੋ ਪਾਸੇ ਬਣਾ ਕੇ ਦਿੱਤੇ ਜਾਂਦੇ ਨੇ ਬੇਟਾ। ਇੱਕ ਨਹੀਂ ਦਿੱਤਾ ਹੋਏਗਾ, 2 ਪਾਸੇ ਦਿੱਤੇ ਹੋਣਗੇ, 3 ਨੰਬਰ ਇੱਧਰ ਦਿੱਤੇ ਹੋਣਗੇ, 3 ਇੱਧਰ ਦਿੱਤੇ ਹੋਣਗੇ ਅਤੇ ਪੁੱਛਿਆ ਜਾਏਗਾ ਕਿ ਬਈ 4 ਦੇ ਓਪੋਜ਼ਿਟ ਕਿਹੜਾ ਨੰਬਰ ਹੈ। ਹੁਣ ਤੁਸੀਂ ਧਿਆਨ ਨਾਲ ਦੇਖੋ ਪਹਿਲਾ ਰੂਲ ਕੀ ਹੈ, ਜੇਕਰ ਤੁਹਾਡੇ ਦੋਨੇ ਪਾਸੇ ਦੇ ਵਿੱਚ ਇੱਕੋ ਹੀ ਅੱਖਰ ਸਾਂਝਾ ਹੈ, ਦੇਖੋ ਇੱਕੋ ਹੀ ਅੱਖਰ ਸਾਂਝਾ ਹੈ ਨਾ, ਤਾਂ ਫਿਰ ਤੁਸੀਂ ਕੀ ਕਰਨਾ, ਉਸ ਨੂੰ ਸਰਕਲ ਕਰ ਲੈਣਾ ਹੈ ਅਤੇ ਉਸ ਤੋਂ ਕਲੋਕਵਾਈਜ਼ ਘੜੀ ਦੀ ਦਿਸ਼ਾ ਵਿੱਚ ਘੁੰਮ ਜਾਣਾ ਹੈ। ਧਿਆਨ ਨਾਲ ਦੇਖੋ ਮੈਂ ਕੀ ਲਿਖ ਰਿਹਾ, ਪਹਿਲੇ ਅੱਖਰ ਨੂੰ ਪਹਿਲੇ ਜਿਹੜਾ ਡਾਈਸ ਹੈ, ਪਹਿਲਾ ਜਿਹੜਾ ਆਪਣੇ ਕੋਲ ਪਾਸਾ ਆ ਉਹਦੇ ਵਿੱਚ ਅਸੀਂ ਲਿਖਾਂਗੇ 6, 6 ਤੋਂ ਬਾਅਦ ਕੀ ਆਏਗਾ 4, 4 ਤੋਂ ਬਾਅਦ 2, 6 4 2 ਲਿਖ ਲੈਣਾ। ਦੇਖੋ ਦੂਜੇ ਡਾਈਸ ਦੇ ਵਿੱਚ ਫਿਰ 6 ਦੇ ਥੱਲੇ 6, ਫਿਰ ਘੜੀ ਦੀ ਦਿਸ਼ਾ ਵਿੱਚ ਘੁੰਮੇ 5 ਤੇ 3, 5 ਤੇ 3। ਆਈ ਗੱਲ ਸਮਝ? ਇਹਦਾ ਮਤਲਬ ਕੀ ਹੋਇਆ, 4 ਦਾ ਵਿਪਰੀਤ 5 ਹੈ, 2 ਦਾ ਵਿਪਰੀਤ 3 ਹੈ। ਇਸ ਗੱਲ ਦਾ ਧਿਆਨ ਰੱਖੋ। ਇਹਦਾ ਮਤਲਬ ਸਾਨੂੰ ਕੀ ਪਤਾ ਲੱਗਾ, 4 ਦੇ ਓਪੋਜ਼ਿਟ ਅੱਖਰ ਜਿਹੜਾ ਲਿਖਿਆ ਜਾਏਗਾ 5 ਹੋਏਗਾ। 4 ਦੇ ਓਪੋਜ਼ਿਟ ਕੀ ਹੈ 5 ਹੈ, 2 ਦੇ ਓਪੋਜ਼ਿਟ ਕੌਣ ਹੈ 3 ਹੈ, ਤਾਂ 6 ਦੇ ਓਪੋਜ਼ਿਟ ਕੌਣ ਹੋਏਗਾ ਜੋ ਬਚ ਗਿਆ। ਕੌਣ ਬਚ ਗਿਆ ਪੂਰੇ ਅੱਖਰ ਦੇ ਵਿੱਚ? 1 ਬਚ ਗਿਆ ਨਾ, ਤਾਂ 6 ਦਾ ਓਪੋਜ਼ਿਟ ਕੌਣ ਹੋਏਗਾ 1 ਹੋਏਗਾ। ਅਤੇ ਇਸ ਤਰ੍ਹਾਂ ਅਸੀਂ ਸਵਾਲਾਂ ਨੂੰ ਹੱਲ ਕਰ ਸਕਦੇ ਹਾਂ ਕਿ ਬਈ ਕੁਐਸਚਨ ਇਹੀ ਆਣੇ ਬੇਟਾ ਕਿ 5 ਦਾ ਓਪੋਜ਼ਿਟ ਕਿਹੜਾ ਹੈ, 3 ਦਾ ਓਪੋਜ਼ਿਟ ਕਿਹੜਾ ਹੈ, 2 ਦਾ ਓਪੋਜ਼ਿਟ ਕਿਹੜਾ ਹੈ। ਅਤੇ ਇਸ ਤਰ੍ਹਾਂ ਅਸੀਂ ਈਜ਼ੀਲੀ ਪਤਾ ਕਰ ਸਕਦੇ ਹਾਂ ਕਿ 4 ਦਾ ਓਪੋਜ਼ਿਟ, 2 ਦਾ ਓਪੋਜ਼ਿਟ, 6 ਦਾ ਓਪੋਜ਼ਿਟ ਕੀ ਹੋਵੇਗਾ। ਹੈ ਨਾ ਸੌਖਾ? ਸਿਰਫ ਘੜੀ ਦੀ ਦਿਸ਼ਾ ਵਿੱਚ ਘੁੰਮਣਾ ਹੈ, ਹੋਰ ਕੁਛ ਨਹੀਂ ਕਰਨਾ ਹੈ। ਦੂਜਾ ਰੂਲ ਦੇਖੋ ਬੇਟਾ, ਦੂਜੇ ਰੂਲ ਦੇ ਵਿੱਚ ਕੀ ਹੁੰਦਾ, ਸਾਡੇ ਕੋਲ 1 ਤੋਂ ਜ਼ਿਆਦਾ 2 ਰਕਮ ਸਾਂਝੀਆਂ ਆ ਜਾਂਦੀਆਂ। ਦੇਖੋ 4 ਇੱਧਰ ਵੀ, 6 ਇੱਧਰ ਵੀ। ਜਦੋਂ 4 ਤੇ 6 2 ਸਾਂਝੇ ਮਿਲ ਗਏ ਤਾਂ ਜੋ ਬਚ ਗਏ ਬੇਟਾ ਜੀ, ਕਿਹੜੇ ਬਚ ਗਏ 1 ਤੇ 5, ਅਤੇ ਗਰੰਟੀ ਹੈ ਕਿ 1 ਦਾ ਓਪੋਜ਼ਿਟ 5 ਹੋਏਗਾ। ਬਸ ਇਹੀ ਅਸੀਂ ਪਤਾ ਕਰ ਸਕਦੇ ਹਾਂ ਇੱਥੋਂ ਕਿ 1 ਦਾ ਓਪੋਜ਼ਿਟ 5 ਹੋਏਗਾ। 4 ਤੇ 6 ਦਾ ਓਪੋਜ਼ਿਟ ਅਸੀਂ ਇਹ ਕਹਿ ਸਕਦੇ ਹਾਂ ਕਿ ਜ਼ਰੂਰ 1 2 ਜਾਂ 3 ਦੇ ਵਿੱਚੋਂ ਕੋਈ ਹੋਏਗਾ। ਇਹ ਨਹੀਂ ਪਤਾ ਕਿ 4 ਦਾ ਓਪੋਜ਼ਿਟ 2 ਹੋਏਗਾ ਜਾਂ 6 ਦਾ ਓਪੋਜ਼ਿਟ 2 ਹੋਏਗਾ। ਇਹ ਪਤਾ ਹੈ ਕਿ 1 ਦਾ ਪੱਕਾ 5 ਹੋਏਗਾ, 4 ਤੇ 6 ਦੇ ਵਿੱਚੋਂ ਕਿਸੇ ਇੱਕ ਦਾ 2 ਅਤੇ ਕਿਸੇ ਇੱਕ ਦਾ 3 ਹੋਏਗਾ।
ਤੇ ਇਹ ਦੋ ਰੂਲਸ ਅਸੀਂ ਫੋਲੋ ਕਰਾਂਗੇ ਕੁਐਸਚਨ ਨੂੰ ਸੋਲਵ ਕਰਨ ਲਈ। ਤੇ ਇਹ ਸਾਡੀ ਦੂਜਾ ਡਾਇਸ ਸੀਗਾ, ਦੂਜੀ ਟਾਈਪ ਸੀਗੀ ਡਾਇਸ ਦੀ ਜਨਰਲ ਡਾਇਸ ਸਧਾਰਨ ਪਾਸਾ, ਜਿਸ ਵਿੱਚ ਅਸੀਂ ਦੋ ਰੂਲ ਕੀਤੇ ਨੇ ਕਿ ਦੋ ਦਿੱਤੇ ਹੋਏ ਡਾਇਸ, ਦੋ ਦਿੱਤੇ ਹੋਏ ਪਾਸਿਆਂ ਦੇ ਵਿੱਚ ਜੇ ਇੱਕੋ ਨੰਬਰ ਸਾਂਝਾ ਹੈ ਤਾਂ ਅਸੀਂ ਉਸ ਨੂੰ ਘੜੀ ਦੀ ਦਿਸ਼ਾ ਵਿੱਚ ਘੁੰਮ ਕੇ ਪਤਾ ਕਰਦੇ ਹਾਂ, ਤੇ ਜੇ ਦੋ ਅੱਖਰ ਸਾਂਝੇ ਨੇ ਤੇ ਫਿਰ ਜੋ ਅੱਖਰ ਸਾਂਝਾ ਨਹੀਂ ਹੈ ਉਹੀ ਇੱਕ ਦੂਜੇ ਦਾ ਆਪੋਜ਼ਿਟ ਹੁੰਦਾ ਹੈ। ਤੀਜਾ ਨੰਬਰ ਤੇ ਸਾਡੇ ਕੋਲ ਡਾਇਸ ਆਉਂਦਾ ਹੈ ਓਪਨ ਡਾਇਸ। ਧਿਆਨ ਨਾਲ ਦੇਖਿਓ, ਆਹ ਹੈ ਸਾਡੇ ਕੋਲ ਓਪਨ ਡਾਇਸ, ਜਿਹਦਾ ਦੇਖੋ ਡਾਇਸ ਨੂੰ ਖੋਲ੍ਹਿਆ ਹੈ ਤੇ ਖੁੱਲ੍ਹ ਕੇ ਜਿਹੜਾ ਡਾਇਸ ਸਾਡੇ ਸਾਹਮਣੇ ਬਣਦਾ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਓਪਨ ਡਾਇਸ। ਇਹਦੇ ਵਿੱਚ ਵੀ ਤੁਸੀਂ ਧਿਆਨ ਨਾਲ ਸਮਝਣਾ ਹੈ ਕਿ ਤੁਹਾਡੇ ਕੋਲ ਕਿਹੜੇ ਕਿਹੜੇ ਆਪੋਜ਼ਿਟ ਹੋ ਸਕਦੇ ਨੇ। ਹੁਣ ਜੇ ਓਪਨ ਡਾਇਸ ਆ ਜਾਵੇ ਤਾਂ ਧਿਆਨ ਰੱਖੋ, ਨੰਬਰ 1 ਦਾ ਆਪੋਜ਼ਿਟ ਕੌਣ ਹੋਏਗਾ? 1 ਛੱਡ ਕੇ, 1 ਡੱਬਾ ਛੱਡ ਕੇ 4, ਠੀਕ ਹੈ। ਇਸੇ ਤਰ੍ਹਾਂ ਇੱਧਰ ਨੰਬਰ 1 ਦਾ ਆਪੋਜ਼ਿਟ ਕਿਹੜਾ ਹੋਏਗਾ? 3। ਇੱਧਰ ਨੰਬਰ 1 ਦਾ ਆਪੋਜ਼ਿਟ ਕੌਣ ਹੋਏਗਾ? 3। ਤਾਂ ਪਹਿਲੀ ਗੱਲ ਸਮਝ ਲੱਗ ਗਈ। ਫਿਰ ਨੰਬਰ 2 ਦਾ ਆਪੋਜ਼ਿਟ ਕਿਹੜਾ ਹੋਏਗਾ? ਧਿਆਨ ਨਾਲ ਸਮਝਣਾ, 1 ਛੱਡ ਕੇ 2 ਦਾ ਆਪੋਜ਼ਿਟ ਕੀ ਹੋਏਗਾ? 6। ਇਸ 2 ਦਾ ਆਪੋਜ਼ਿਟ ਕੀ ਹੋਏਗਾ? 1 ਛੱਡ ਕੇ 4 ਛੱਡ ਕੇ 5। ਇਸ 2 ਦਾ ਆਪੋਜ਼ਿਟ ਕੀ ਹੋਏਗਾ? 4। ਆਪੋਜ਼ਿਟ ਧਿਆਨ ਨਾਲ ਦੇਖੋ, ਬਸ ਹੋਰ ਕੁਛ ਨਹੀਂ ਹੈ। ਇਸ 3 ਦਾ ਆਪੋਜ਼ਿਟ ਰਹਿ ਗਿਆ ਤੁਹਾਡੇ ਕੋਲ 5, ਤੇ ਇਸ 4 ਦਾ ਆਪੋਜ਼ਿਟ ਕੌਣ ਹੋ ਗਿਆ? 6, ਤੇ ਇਸ 5 ਦਾ ਆਪੋਜ਼ਿਟ ਕੌਣ ਆ ਗਿਆ? 6। ਤੇ ਇਸ ਤਰ੍ਹਾਂ ਸਾਨੂੰ ਆਪੋਜ਼ਿਟ ਸਮਝਣੇ ਆ ਬੇਟਾ। ਜੇ ਸਾਨੂੰ ਖੁੱਲੇ ਡਾਇਸ ਦੇ ਆਪੋਜ਼ਿਟ ਸਮਝ ਲੱਗ ਗਏ ਤੇ ਫਿਰ ਤਾਂ ਬਹੁਤ ਹੀ ਸੌਖਾ ਹੈ ਤੇ ਅਸੀਂ ਸਾਰੇ ਸਵਾਲਾਂ ਦਾ ਹੱਲ ਕਰ ਸਕਦੇ ਹਾਂ। ਉਮੀਦ ਹੈ ਤੁਹਾਨੂੰ ਸਮਝ ਆਇਆ ਹੋਵੇਗਾ ਕਿ 1 ਦਾ ਆਪੋਜ਼ਿਟ, 1 ਨੂੰ 1 ਡੱਬਾ ਛੱਡ ਕੇ 3, 2 ਦਾ ਆਪੋਜ਼ਿਟ 1 ਡੱਬਾ ਛੱਡ ਕੇ 4, ਤੇ 5 ਦਾ ਆਪੋਜ਼ਿਟ 6। ਬਾਹਰ ਵਾਲੇ ਦੇ ਆਪੋਜ਼ਿਟ ਹੋ ਜਾਂਦਾ ਹੈ। 1 ਦਾ ਆਪੋਜ਼ਿਟ 1 ਡੱਬਾ ਛੱਡ ਕੇ 3, 2 ਦਾ ਆਪੋਜ਼ਿਟ ਕੀ ਹੋਏਗਾ? 1 ਡੱਬਾ ਛੱਡ ਕੇ 5, ਫਿਰ 4 ਦਾ ਆਪੋਜ਼ਿਟ 1 ਡੱਬਾ ਛੱਡ ਕੇ 6। ਇਸੇ ਤਰ੍ਹਾਂ ਇੱਧਰ। ਤੇ ਹੁਣ ਇਹ ਸਾਡੀਆਂ ਟਾਈਪਸ ਆਫ ਡਾਇਸ ਕੰਪਲੀਟ ਹੋ ਗਈਆਂ ਨੇ। ਹੁਣ ਆਪਾਂ ਸਵਾਲਾਂ ਨੂੰ ਹੱਲ ਕਰ ਰਹੇ ਹਾਂ। ਮੈਂ ਤੁਹਾਨੂੰ ਸਾਰਾ ਟੌਪਿਕ ਸਮਝਾ ਦਿੱਤਾ ਹੈ ਡਾਇਸ ਦਾ, ਕਿ ਡਾਇਸ ਕਿੰਨੀ ਤਰ੍ਹਾਂ ਦੇ ਹੁੰਦੇ ਨੇ ਔਰ ਉਹਨਾਂ ਦੇ 'ਚ ਕੀ ਕੀ ਰੂਲ ਹੁੰਦੇ ਨੇ। ਤੇ ਹੁਣ ਯਾਦ ਰੱਖ ਲਓ, ਸਭ ਤੋਂ ਪਹਿਲਾਂ ਅਸੀਂ ਡਾਇਸ ਕੀਤਾ ਸੀਗਾ ਮਾਨਕ ਪਾਸਾ, ਸਟੈਂਡਰਡ ਡਾਇਸ, ਜਿਹਦੇ ਵਿੱਚ ਸਿਰਫ ਇੱਕੋ ਹੀ ਰੂਲ ਸੀਗਾ ਕਿ ਉਹਨਾਂ ਦੇ ਆਪੋਜ਼ਿਟ, ਉਹਨਾਂ ਦੇ ਵਿਰੋਧੀ ਜਿਹੜੇ ਅੰਕ ਸੀਗੇ ਉਹਨਾਂ ਦਾ ਜੋੜ 7 ਹੋਏਗਾ। ਦੂਜਾ ਪਾਸਾ ਜਨਰਲ ਡਾਇਸ ਸਧਾਰਨ ਪਾਸਾ, ਜਿਹਦੇ ਵਿੱਚ ਤੁਹਾਨੂੰ 2 ਰੂਲ ਕਰਾਏ ਗਏ ਕਿ ਜੇ ਇੱਕ ਰਕਮ ਸਾਂਝੀ ਹੈ ਤਾਂ ਘੜੀ ਦੀ ਦਿਸ਼ਾ ਵਿੱਚ ਘੁੰਮ ਕੇ ਪਤਾ ਲਗਾਇਆ ਜਾਂਦਾ ਹੈ, ਅਤੇ ਜੇ 2 ਅੱਖਰ ਸਾਂਝੇ ਹੈ ਤਾਂ ਜੋ ਨਹੀਂ ਸਾਂਝੇ ਉਹੀ ਇੱਕ ਦੂਜੇ ਦੇ ਵਿਪਰੀਤ ਹੁੰਦੇ ਨੇ। ਤੀਜਾ ਤੁਹਾਡੇ ਕੋਲ ਖੁੱਲ੍ਹਾ ਪਾਸਾ ਹੈ, ਇਹ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਚੁੱਕਾ ਹੈ। ਹੁਣ ਆਪਾਂ ਕੁਐਸਚਨ ਸ਼ੁਰੂ ਕਰਨ ਜਾ ਰਹੇ ਹਾਂ, ਧਿਆਨ ਨਾਲ ਦੇਖਿਓ। ਹੁਣ ਸਾਡੇ ਕੋਲ ਪਹਿਲਾ ਕੁਐਸਚਨ ਜਿਹੜਾ ਪੇਪਰ ਦੇ ਵਿੱਚ ਆਉਂਦਾ ਆ ਉਹ ਦੇਖੋ ਕਿਹੜਾ ਆ। ਕਹਿੰਦਾ ਹੇਠਾਂ ਦਿੱਤੇ ਚਿੱਤਰ ਨੂੰ ਤੈਅ ਕਰਨ 'ਤੇ ਬਣੇ ਕਣ ਵਿੱਚ ਇੱਕ ਪਾਸੇ 3 ਬਿੰਦੂ ਹਨ ਤਾਂ ਉਸਦੇ ਵਿਰੋਧੀ ਪਾਸੇ ਕਿੰਨੇ ਬਿੰਦੂ ਹੋਣਗੇ? ਤਾਂ ਤੁਹਾਨੂੰ ਹੁਣੇ ਹੀ ਮੈਂ ਸਮਝਾਇਆ ਬੇਟਾ ਕਿ ਵਿਰੋਧੀ ਕੱਢਣਾ ਹੈ ਬੇਟਾ। ਜੀ ਆਪਾਂ ਧਿਆਨ ਨਾਲ ਦੇਖਿਓ ਸਾਰੇ, ਤੁਹਾਨੂੰ ਯਾਦ ਕਰਾਇਆ ਸੀਗਾ ਕਿ ਇਸ ਅੱਖਰ ਦਾ ਇਸ ਵਾਲੇ ਡੱਬੇ ਦਾ ਵਿਰੋਧੀ ਹੁੰਦਾ ਹੈ ਆਹ ਵਾਲਾ, ਦੱਸਿਆ ਸੀ ਨਾ। ਇਹਦਾ ਵਿਰੋਧੀ ਕਿਹੜਾ ਹੋਇਆ? ਇਹ ਵਾਲਾ, ਠੀਕ ਹੈ। ਤੇ ਇਹਦਾ ਵਿਰੋਧੀ ਕਿਹੜਾ ਹੈ? ਆਹ ਵਾਲਾ। ਤੇ ਇਹਦਾ ਵਿਰੋਧੀ ਕਿਹੜਾ ਹੈ? ਇਹ ਵਾਲਾ। ਹੁਣੇ ਸਮਝਾ ਕੇ ਚੁੱਕਾ ਹੈ। ਤਾਂ ਤੁਹਾਨੂੰ ਵਿਰੋਧੀ ਕਿਸ ਦਾ ਕਹਿਣਾ ਚਾਹੀਦਾ? ਜਿਹਦੇ 3 ਬਿੰਦੂ ਬਣੇ ਹੋਏ ਨੇ। ਆਹ ਦੇਖੋ 3 ਬਿੰਦੂ ਬਣੇ ਨੇ, ਇਸ ਦਾ ਵਿਰੋਧੀ ਕੀ ਹੋਏਗਾ? ਦੇਖੋ ਬੇਟਾ, ਕਲਰ ਭਰ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹਦਾ ਵਿਰੋਧੀ ਆਹ ਹੈ, ਇਹਦਾ ਵਿਰੋਧੀ ਇਹ ਵਾਲਾ ਹੈ, ਇਹਦਾ ਵਿਰੋਧੀ ਆਹ ਵਾਲਾ ਨੰਬਰ ਹੈ। ਇਹਦਾ ਮਤਲਬ 3 ਬਿੰਦੂ ਦਾ ਵਿਰੋਧੀ ਹੈ 6 ਬਿੰਦੂ। ਤਾਂ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਆਫ ਦਿਸ ਕੁਐਸਚਨ। ਹੈ ਨਾ ਸੌਖਾ ਬੇਟਾ? ਸਿਰਫ ਤੁਸੀਂ ਖੁੱਲੇ ਡਾਇਸ ਦੇ ਵਿੱਚ ਤੁਸੀਂ ਆਪੋਜ਼ਿਟ ਸਮਝਣਾ ਹੈ। ਅਗਲਾ ਕੁਐਸਚਨ ਦੇਖੋ, ਦੂਜਾ ਕੁਐਸਚਨ। ਹੁਣ ਦੂਜੇ ਕੁਐਸਚਨ 'ਚ ਵੀ ਸੇਮ ਹੈ ਕਿ ਹੇਠਾਂ ਦਿੱਤੇ ਚਿੱਤਰ ਵਿੱਚ ਤੈਅ ਕਰਨ 'ਤੇ ਬਣੇ ਕਣ ਵਿੱਚ 4 ਦਾ ਵਿਰੋਧੀ ਕੱਢਣਾ ਹੈ ਬੇਟਾ। ਇਨ ਦਾ ਫੋਲੋਇੰਗ ਫਿਗਰ ਆਫਟਰ ਫੋਲਡਿੰਗ ਇਟ ਵੀ ਗੈਟ ਅ ਕਿਊਬ ਹੈਵਿੰਗ 4 ਔਨ ਵਨ ਫੇਸ, ਫਾਈਂਡ ਦਾ ਡਿਜਿਟ ਔਨ ਆਪੋਜ਼ਿਟ ਫੇਸ। 4 ਦਾ ਆਪੋਜ਼ਿਟ ਲੱਭਣਾ ਬੇਟਾ, ਧਿਆਨ ਨਾਲ ਦੇਖਣਾ ਸਾਰਿਆਂ ਨੇ। ਹੁਣ ਆਪਾਂ 4 ਦਾ ਆਪੋਜ਼ਿਟ ਲੱਭਾਂਗੇ। ਸਭ ਤੋਂ ਪਹਿਲਾਂ ਸਾਨੂੰ ਪਤਾ ਹੈ ਕਿ 1 ਦਾ ਆਪੋਜ਼ਿਟ ਕੌਣ ਹੁੰਦਾ ਹੈ? 1 ਡੱਬਾ ਛੱਡ ਕੇ 5, ਠੀਕ ਹੈ ਨਾ। ਤੇ 4 ਦਾ ਆਪੋਜ਼ਿਟ ਕੌਣ ਹੋਏਗਾ? 1 ਡੱਬਾ ਛੱਡ ਕੇ 2, ਤੇ 3 ਦਾ ਆਪੋਜ਼ਿਟ ਕੌਣ ਬਚ ਗਿਆ? 3 ਦਾ ਆਪੋਜ਼ਿਟ ਹੈ ਸਾਡੇ ਕੋਲ 6। ਤੇ ਆਪੋਜ਼ਿਟ ਲੱਭਣੇ ਸਭ ਤੋਂ ਸੌਖੇ ਆ, ਧਿਆਨ ਨਾਲ ਦੇਖਿਓ। ਹੁਣ ਸਾਨੂੰ ਲੱਭਣਾ ਕੀ ਸੀ? 4 ਦਾ ਆਪੋਜ਼ਿਟ, ਤੇ 4 ਦਾ ਆਪੋਜ਼ਿਟ ਹੈ 2। ਤਾਂ ਬੀ ਆਪਸ਼ਨ ਇਜ਼ ਦਾ ਰਾਈਟ ਆਨਸਰ। ਜ਼ਰੂਰੀ ਨਹੀਂ ਕਿ ਸਾਰੇ ਆਪੋਜ਼ਿਟ ਲੱਭ ਕੇ ਦਿਖਾਣੇ, ਇਹ ਤਾਂ ਤੁਹਾਨੂੰ ਸਮਝਾਉਣ ਲਈ ਕਰ ਰਹੇ ਹਾਂ। ਅਸੀਂ ਤਾਂ 4 ਦਾ ਆਪੋਜ਼ਿਟ ਲੱਭਣਾ ਸੀਗਾ, ਸਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ ਕਿ ਉਹ 2 ਹੋਵੇਗਾ। ਤੀਜਾ ਕੁਐਸਚਨ ਦੇਖੋ। ਤਾਂ ਇੱਕ ਵਾਰੀ ਇਹ ਵੀਡੀਓ ਚੰਗੀ ਤਰ੍ਹਾਂ ਤੁਹਾਡੇ ਵੱਲੋਂ ਦੇਖੀ ਜਾਵੇ ਤਾਂ ਮੈਂ ਗਰੰਟੀ ਲੈਂਦਾ ਕਿ ਤੁਸੀਂ ਡਾਇਸ ਦਾ ਕੋਈ ਕੁਐਸਚਨ ਛੱਡ ਕੇ ਨਹੀਂ ਆ ਸਕਦੇ ਬੇਟਾ। ਅਗਲਾ ਕੁਐਸਚਨ ਦੇਖੋ। ਹੇਠਾਂ ਦਿੱਤੇ ਗਏ ਚਿੱਤਰ ਨੂੰ ਤੈਅ ਕਰਨ 'ਤੇ ਬਣਿਆ ਕਣ ਕਿਹੜਾ ਹੋਵੇਗਾ? ਦੇਖੋ ਆਹ ਡਾਇਗਰਾਮ ਦਿੱਤਾ ਗਿਆ,
तो वो कहना जो इसनूं मैं बंद कर दूंगा घन बना दूंगा तो इन्हां विचों किहड़ा घन बनेगा। बहुत सौखा है, तुहानूं हुणे समझा के चुकिया कि ध्यान नाल देखो 2 दा ओपोजिट किहड़ा होएगा 4 होएगा, 1 दा ओपोजिट कौन है 6 है, तो 5 दा ओपोजिट कौन है 3 है ना। ये तुहानूं चंगी तरह समझ लग चुका है। तो हुण देखो ध्यान नाल सब तो पहला 1 दा ओपोजिट 6 है, देखो 1 दे सामने 6 होना चाहिए, 1 दे नाल नहीं, तो ये आंसर नहीं हो सकता। 1 दे नाल 5 लगा है, ध्यान देखो 1 दा ओपोजिट 6, 1 दे ओपोजिट 6 होएगा। 3 दा ओपोजिट 5 है, 3 दा ओपोजिट 5 है तो 3 दे सामने 5 होना चाहिए, इधर 5 लगा है, इसका मतलब ये भी कट्टी जाओ। इस तरह तुसीं कटने है बेटा, जिहड़ा नहीं कट होएगा वो तुहाडा आंसर होएगा। हुण अगला देखो बेटा, पहले इधर लिख लिया करो, चाहे 1 दा ओपोजिट तुहाडे कोल है 6, 2 दा ओपोजिट आया है 4 तो 3 दा ओपोजिट आया है 5। हुण कोई भी 1 6 2 4 3 5 इकट्ठे नहीं हो सकते। देखो 1 6 इकट्ठे करता, 3 5 इकट्ठे, ये भी कटिंग हो गई। तो इधर देखो तुसीं 1 दे नाल 4 नाल 6 है, 2 नाल 6 है, 1 नाल 6, 1 नाल 3, 1 दा ओपोजिट 6, 2 दा ओपोजिट 4, 3 दा, ये भी आंसर हो सकता है। इधर देखो 2 दा ओपोजिट 4 है, 2 तो 4 इकट्ठे आ गए, ये भी तुहाडा नहीं हो सकता। तो ऑप्शन किहड़ा आया डी। मेरी गल समझो, 1 6 तुहानूं दिख रहा है, इधर दिख रहा है, मतलब 1 6 2 4 3 5 कितने दिख रहा है, देखो 1 6 दिख रहा है कट दो, 3 5 दिख रहा है कट दो, 2 4 दिख रहा है कट दो, तो जो बच गया तुहाडा आंसर होएगा। क्योंकि ये ओपोजिट फेसिस ने बेटा, ओपोजिट का मतलब होंदा 1 दे सामने वाला फेस, नाल दा फेस नहीं हुंदा है। इस करके साडा ऑप्शन किहड़ा आ गया डी ऑप्शन आ गया। तो इस करके एरो जिहड़े आपां लगाने हैं बेटा, ये बहुत ध्यान नाल देखो, इन्हें ही तुहानूं आंसर देना है। अगला क्वेश्चन देखो, चौथा क्वेश्चन। चौथे क्वेश्चन च कहना कि हेठ दिते दो पासिਆਂ ਨੂੰ ध्यान नाल देखो तो दसो 4 1 ਅਤੇ 6 अंक के विरोधी अंक किहड़े होणगे। देखो ना दो पासे आ गए, तो ये हो गया साडे कोल सधारण पासा है ना। देखो जोड़ 7 है, जोड़ 7 है, तो सधारण पासे विच मैं तुहानूं कि समझाया सीगा कि 2 रूल ने। जेकर तुहाडे कोल इक्को ही अखर साझा आ, देखो इक्को ही अखर साझा है 6, तो फिर तुसीं जाना कित्थे है घड़ी की दिशा वाल, हमेशा घड़ी की दिशा वाल चलना है। पहला लिखते हैं 6, 6 तो बाद आएगा 3, 3 तो बाद आएगा 2, फिर 6 के थले 6, उस तो बाद आएगा 1, उस तो बाद आएगा 4। इसका मतलब 3 का ओपोजिट 1 होएगा तो 2 का ओपोजिट 4 होएगा। इसका मतलब 3 का ओपोजिट है जी 1, 2 का ओपोजिट है 4, तब बचा 6, 6 का ओपोजिट अंडरस्टूड है 5 होगा। तो देखो ध्यान नाल 6 का ओपोजिट 5 आ रहा, 3 ते 1 2 ते 4, बी ऑप्शन साडा बिल्कुल राइट आंसर होएगा। उम्मीद है समझ आया होएगा किस तरीके तुहानूं समझा रहे हैं। पंजवां सवाल देखो, बहुत ही ईजी तरीके नाल समझाया जा रहा है बेटा, सवाल तुसीं ना समझ सको हो ही नहीं सकता। पंजवां सवाल देखो, कहता कि हेठा दिते पासिਆਂ ਨੂੰ ध्यान नाल देखो तो दसो 4 ते 5 अंक के विरोधी अंक किहड़े होणगे। बेटा 3 पासे आ गए, कोई गल नहीं, डरन की लोड़ नहीं है। तुसीं सिर्फ पहले तो दूजा पासा ध्यान नाल देखो, पहला तो दूजा पासा देखो, तीन इकट्ठे नहीं देखने, पहला दो देखते हैं। इन्होंने दोनों के विच तुहाडे कोल 4 साझा आ रहा, देखो आ रहा ना साझा, तो फिर जे 4 साझा मिल गया तो फिर की करोगे क्लॉकवाइज जाओगे है ना। 4 3 2 4 6 5, इनका मतलब 3 का ओपोजिट 6 है, 2 का ओपोजिट 5 है, तो 4 का ओपोजिट जो बच गया वो होएगा किहड़ा बच गया 1। तो सानू पूछा गया 4 का ओपोजिट, तो 4 का ओपोजिट किहड़ा होएगा 1, तो होर 5 का ओपोजिट किहड़ा आ गया 2। तो असी पहले 2 डाइस तो ही सारा क्वेश्चन कंप्लीट कर लिया, सानू होर देखने की लोड़ ही नहीं पई। ठीक है बेटा, अगला क्वेश्चन देखो। 6वें क्वेश्चन कह रहा है कि हेठा दिते चित्र विच तय करन ते बने घन विच, चलो इनू तय करके घन बनावांगे, 1 का विरोधी अंक किहड़ा होएगा। ये तो तुहानू मैं याद करा ही चुका हाँ। ध्यान देखो 5 का विरोधी अंक किहड़ा है, एक डब्बा छड्ड के 4, ठीक है ना। 2 का विरोधी अंक एक डब्बा छड्ड के 6, तो 1 का विरोधी अंक किहड़ा बच गया बेटा जी 3, 1 का विरोधी अंक किहड़ा आ गया 3 आ गया है। आई गल समझ। इसी तरह अगला क्वेश्चन देखो, कहता हेठा दिते चित्र नूं तय करन ते किहड़ा कण बनेगा। देखो हुण ये जिहड़ा तुहाडे कोल ओपन डाइस है, तरीका वही रहेगा, तरीके दे विच कोई चेंज नहीं हुंदा बेटा। एफ का ओपोजिट किहड़ा होएगा, एक डब्बा छड्ड के बी होएगा। ई का ओपोजिट एक डब्बा छड्ड के सी होएगा, तो ए का ओपोजिट कौन बच गया डी होएगा।
ਤੇ ਹੁਣ ਤੁਸੀਂ ਤੇ ਲਿਖ ਲਓ A ਦਾ ਆਪੋਜ਼ਿਟ ਤੁਹਾਡੇ ਕੋਲ ਕੀ ਆਇਆ ਹੈ D, F ਦਾ ਆਪੋਜ਼ਿਟ ਤੁਹਾਡੇ ਕੋਲ ਆ ਗਿਆ ਹੈ B ਤੇ E ਦਾ ਆਪੋਜ਼ਿਟ ਤੁਹਾਡੇ ਕੋਲ ਆ ਗਿਆ ਹੈ C। ਹੁਣ ਦੇਖੋ AD FB ਤੇ EC ਤੁਹਾਨੂੰ ਨਹੀਂ ਮਿਲਣਾ ਚਾਹੀਦਾ, ਠੀਕ ਹੈ। E ਤੇ C ਤੁਹਾਨੂੰ ਮਿਲ ਗਿਆ ਦੇਖੋ, ਤੇ ਇਹ ਤੁਹਾਡਾ ਆਨਸਰ ਨਹੀਂ ਹੋ ਸਕਦਾ। ਅਗਲਾ ਦੇਖੋ A ਤੇ D ਤੁਹਾਨੂੰ ਮਿਲ ਗਿਆ, ਇਹ ਤੁਹਾਡਾ ਆਨਸਰ ਨਹੀਂ ਹੋ ਸਕਦਾ। B ਤੇ E ਨਹੀਂ, B ਤੇ F ਚਾਹੀਦਾ, B ਤੇ F ਮਿਲ ਗਿਆ ਦੇਖੋ, ਇਹ ਵੀ ਨਹੀਂ ਹੋ ਸਕਦਾ। ਇਹੀ ਤੁਹਾਡਾ ਬਚਿਆ ਆਨਸਰ ਹੋਏਗਾ। ਆਈ ਗੱਲ ਸਮਝ। 8ਵਾਂ ਸਵਾਲ ਦੇਖੋ ਸਾਰੇ। ਹੇਠਾਂ ਦਿੱਤੇ 3 ਪਾਸਿਆਂ ਨੂੰ ਦੇਖੋ ਤੇ L ਦਾ ਵਿਰੋਧੀ ਅੱਖਰ ਲੱਭੋ। ਹੁਣ ਸਿਰਫ L ਦਾ ਵਿਰੋਧੀ ਅੱਖਰ ਲੱਭਣ ਨੂੰ ਸਾਨੂੰ ਕਿਹਾ ਗਿਆ ਹੈ। ਤੁਸੀਂ ਦੇਖੋ ਪਹਿਲੇ ਤੇ ਦੂਜੇ ਅੱਖਰ ਦੇ ਵਿੱਚ ਦੇਖੋ ਕੋਈ ਸਾਂਝਾ ਮਿਲ ਰਿਹਾ, ਕੋਈ ਸਾਂਝਾ ਨਹੀਂ ਹੈ, ਛੱਡੋ ਇਹਨੂੰ। ਦੂਜੇ ਤੀਜੇ ਦੇ ਵਿੱਚ ਦੇਖ ਲਓ, ਯੈਸ ਸਾਨੂੰ ਦੂਜੇ ਤੀਜੇ ਵਿੱਚ Y ਸਾਂਝਾ ਮਿਲ ਰਿਹਾ ਹੈ। ਜਦੋਂ Y ਸਾਂਝਾ ਮਿਲ ਗਿਆ ਤਾਂ ਤੁਹਾਨੂੰ ਕੀ ਦੱਸਿਆ ਸੀਗਾ ਕਿ ਤੁਸੀਂ ਨਹੀਂ ਸੌਰੀ P ਵੀ ਸਾਂਝਾ ਮਿਲ ਗਿਆ, ਤੇ 2 ਸਾਂਝੇ ਮਿਲ ਗਏ ਤਾਂ ਇਹਦਾ ਮਤਲਬ L ਦਾ ਆਪੋਜ਼ਿਟ ਕੌਣ ਹੋਏਗਾ? ਸੋਚਣ ਦੀ ਲੋੜ ਹੀ ਨਹੀਂ ਹੈ, L ਦਾ ਆਪੋਜ਼ਿਟ A ਹੋਏਗਾ। ਦੂਜਾ ਰੂਲ ਸਾਡੇ ਸਧਾਰਨ ਡਾਈਸ ਦਾ ਕਿ ਜਦੋਂ 2 ਅੱਖਰ ਸਾਂਝੇ ਹੋਣ ਤਾਂ ਜੋ ਸਾਂਝੇ ਨਹੀਂ ਨੇ ਉਹੀ ਇੱਕ ਦੂਜੇ ਦੇ ਆਪੋਜ਼ਿਟ ਹੁੰਦੇ ਨੇ। ਤੇ 8ਵੇਂ ਕੁਐਸਚਨ ਤੋਂ ਬਾਅਦ 9ਵਾਂ ਕੁਐਸਚਨ ਦੇਖੋ ਧਿਆਨ ਨਾਲ। ਕਹਿੰਦਾ ਹੇਠਾਂ ਦਿੱਤੇ ਗਏ ਚਿੱਤਰ ਨੂੰ ਤੈਅ ਕਰਨ ਤੇ ਬਣਿਆ ਕਣ ਕਿਹੜਾ ਹੋਏਗਾ? ਆਹ ਦੇਖੋ ਚਿੱਤਰ ਦਿੱਤਾ ਗਿਆ ਹੈ, ਆਹ ਤੁਹਾਨੂੰ ਕਣ ਬਣਾ ਕੇ ਦਿੱਤੇ ਗਏ ਨੇ, ਇਹਨਾਂ 'ਚੋਂ ਕਿਹੜਾ ਹੋਏਗਾ? ਦੇਖੋ ਧਿਆਨ ਨਾਲ ਅਸੀਂ ਦੇਖਦੇ ਹਾਂ ਕਿ ਸਭ ਤੋਂ ਪਹਿਲੀ ਗੱਲ E ਸਾਨੂੰ ਦਿਖਣਾ ਹੀ ਨਹੀਂ ਚਾਹੀਦਾ, ਕਿਉਂਕਿ ਜਦੋਂ ਅਸੀਂ ਬੰਦ ਕਰਾਂਗੇ E ਜਿਹੜਾ ਹੈ ਉਹ ਥੱਲੇ ਰਹਿ ਜਾਏਗਾ, ਤੇ ਇਹ ਤਾਂ ਸਾਡਾ ਆਨਸਰ ਹੋ ਹੀ ਨਹੀਂ ਸਕਦਾ ਕਿਉਂਕਿ ਇਹਦੇ ਵਿੱਚ E ਦਿਖ ਰਿਹਾ ਸਾਨੂੰ, ਪਹਿਲੀ ਗੱਲ। ਦੂਜਾ D ਦੇ ਨਾਲ 1 ਆ, ਠੀਕ ਹੈ, D ਦੇ ਨਾਲ 1 ਆ, D ਦੇ ਨਾਲ 1 ਆ, ਇਹ 2 ਆਨਸਰ ਹੋ ਸਕਦੇ ਨੇ। D ਦੇ ਨਾਲ 1 ਇਹ ਵਾਲਾ ਆਨਸਰ ਤਾਂ ਹੋ ਹੀ ਨਹੀਂ ਸਕਦਾ ਕਿਉਂਕਿ D ਦੇ ਨਾਲ 1 ਹੈ ਨਹੀਂ, ਗੱਲ ਖਤਮ। C ਦੇ ਨਾਲ 2 ਹੈ, ਦੇਖੋ ਬੇਟਾ C ਤੁਹਾਨੂੰ ਦਿਖ ਹੀ ਨਹੀਂ ਰਿਹਾ, ਛੱਡੋ। B ਦੇ ਨਾਲ 3 ਹੈ, B ਦੇ ਨਾਲ 3 ਹੈ ਹੀ ਨਹੀਂ, ਕੱਟ ਦਿਓ। ਤਾਂ ਬਚਿਆ ਕੌਣ? ਆਹੀ ਬਚਿਆ ਨਾ, ਦੇਖੋ D ਦੇ ਨਾਲ 1 ਹੈ, A ਦੇ ਨਾਲ 4 ਹੈ, ਬਿਲਕੁਲ ਸਹੀ ਆਨਸਰ ਇਹ ਆਪਸ਼ਨ ਇਜ਼ ਦਾ ਰਾਈਟ ਆਨਸਰ। ਤੇ ਇਸ ਤਰ੍ਹਾਂ ਬੇਟਾ ਡਾਈਸ ਦੇ ਸਾਰੇ ਕੁਐਸਚਨ ਨੂੰ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਮੀਦ ਹੈ ਤੁਹਾਨੂੰ ਸਮਝ ਆਇਆ ਹੋਵੇਗਾ। ਤੇ ਜੇਕਰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਜ਼ਰੂਰ ਉਸ ਨੂੰ ਲਾਈਕ ਕਰਨਾ ਹੈ ਤੇ ਵੱਧ ਤੋਂ ਵੱਧ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਨਾ ਹੈ ਤਾਂ ਜੋ ਉਹਨਾਂ ਨੂੰ ਵੀ ਡਾਈਸ ਰਿਲੇਟਡ ਕੁਐਸਚਨ ਸਮਝ ਲੱਗ ਸਕਣ ਤੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਅਸੀਂ ਵਧੀਆ ਨੰਬਰ ਲੈ ਕੇ ਆ ਸਕਣ। ਜੇਕਰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਉਸ ਨੂੰ ਲਾਈਕ ਵੀ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਈਓ ਤਾਂ ਕਿ ਮੇਰੀ ਅਗਲੀ ਵੀਡੀਓ ਤੁਹਾਡੇ ਫੋਨ 'ਤੇ ਸ਼ੋ ਹੋ ਸਕੇ।